साहब तो फैसला होया वा वो बहुत लेट ते बहुत छोटा होया, क्योंकि जिहड़ा गुनाह सी, जिहड़ा कुताही की गई सी, वो बहुत वड्डी आ। क्योंकि 2016 ਦੇ ਵਿੱਚ जिथे सतगुरां दा पावन सरूप छपाई हुंदी आ गुरुद्वारा श्री रामसर साहब विखे, उत्थे अग लग जानी, उत्थे बहुत गिनती दे विच पावन सरूप जिहड़े आ वो अगन भेट हो जाने, ਉਹਦੇ उत्ते 4 साल कोई कार्रवाई ना करनी, ये बड़ी मंदभागी गल आ। ਜਿਹੜੀ ਸਿੰਘ ਸਾਹਿਬ ने हुण फैसले की गल करते आपां सज़ा की, मैं समझदा भी सज़ा नहीं ये तो उन्होंने सेवा लाती है कि तुम सेवा कर लो गुरु घर। देखो जी बेनती इदा वा कि श्री अकाल तख्त साहब का जी मर्यादा वा, जो सिद्धांत ने बड़े उच्चे सुच्चे ने, तो श्री अकाल तख्त साहब का जोड़ा जहेदार आ मौके का मौजूद आ कोई भी होवे, ਉਹਦੇ ਵੱਲੋਂ ਦੋਸ਼ੀਆਂ ਨੂੰ ਜਿਹੜੀਆਂ ਇਹਨੂੰ ਸਜ਼ਾਵਾਂ ਨਹੀਂ, ਇਹਨੂੰ ਧਾਰਮਿਕ ਸਜ਼ਾ ਕਿਹਾ ਜਾਂਦਾ। ਸਜ਼ਾ ਹੋਰ ਪ੍ਰਕਾਰ ਦੀ ਹੁੰਦੀ ਆ। ਇੱਕ ਧਾਰਮਿਕ ਜਿਹੜੀ ਆ ਉਹ ਜਿਹੜੀ ਸਾਡੀ ਰਵਾਇਤ ਆ, ਜਿਹੜੀ ਰੀਤੀ ਆ, ਉਹਦੇ ਤਹਿਤ ਇੱਕ ਧਾਰਮਿਕ ਜਿਹੜੀ ਸਜ਼ਾ ਲਾਈ ਗਈ ਆ। ਪਰ ਇੱਥੇ ਮਸਲਾ ਜਿਹੜਾ ਵਾ ਵੇਖੋ ਕੋਈ ਚੋਰੀ ਦਾ ਨਹੀਂ ਹੈਗਾ ਕਿ ਕਿਸੇ ਨੇ ਗੁਲਕ ਚੋਂ ਪੈਸੇ ਕੱਢ ਲਏ ਨੇ ਜਾਂ ਕੋਈ ਚੀਜ਼ ਚੱਕ ਲਈ ਆ। ਇੱਥੇ ਮਸਲਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 328 ਸਰੂਪਾਂ ਦਾ, ਜਿਹੜੇ ਘਰ ਰਿਕਾਰਡ ਸਾਹਮਣੇ ਆ ਗਿਆ, ਜਿਹੜਾ ਸਾਹਮਣੇ ਨਹੀਂ ਆ ਰਿਹਾ ਉਹਦੀ ਸ਼ਾਇਦ ਗਿਣਤੀ ਹਜ਼ਾਰਾਂ ਵਿੱਚ ਹੋਵੇ। ਸੋ ਇਹ ਚਾਹੀਦਾ ਤਾਂ ਸੀਗਾ ਵੀ ਇਹ ਜਿਹੜੇ ਵੀ ਮੌਕੇ ਤੇ ਮੌਜੂਦ ਪ੍ਰਬੰਧਕ ਨੇ ਇਹਨਾਂ ਸਾਰਿਆਂ ਨੂੰ ਕੁਰਸੀਆਂ ਤੋਂ ਲਾਇਆ ਜਾਵੇ ਤੇ ਕੁਰਸੀਆਂ ਤੋਂ ਲਾ ਕੇ ਇਹਨਾਂ ਨੂੰ ਘਰਾਂ ਨੂੰ ਤੋਰਿਆ ਜਾਵੇ। अकाली दल ने केंद्री सतह चो बाहर आके जिथे खेतीबाड़ी नाल संबंधित जिहड़ा कानून बनिया ਉਹਦੇ ਵਿਰੁੱਧ ਜਿਹੜੀ ਪੰਜਾਬ ਦੀ ਆਵਾਜ਼ ਸੀ ਉਹਨੂੰ ਹੁਲਾਰਾ ਦਿੱਤਾ, ਪੰਜਾਬੀਆਂ ਦਾ ਜਿਹੜਾ ਰੋਸ ਸੀ ਉਹਨੂੰ ਹੁਲਾਰਾ ਦਿੱਤਾ, ਤਾਕਤ ਦਿੱਤੀ ਆ। ਉੱਥੇ ਮੈਂ ਕਹਿ ਸਕਦਾ ਕਿ ਕਾਂਗਰਸ ਪਾਰਟੀ ਤੇ ਆਪ ਨੇ ਇੱਕ ਸਾਂਝੇ ਮੰਚ ਤੇ ਇੱਕ ਸਾਂਝੀ ਆਵਾਜ਼ ਬੁਲੰਦ ਕਰਨ ਦੇ ਵਿੱਚ ਮੌਕਾ ਗਵਾ ਕੇ ਪੰਜਾਬ ਦੇ ਇਸ ਸੰਘਰਸ਼ ਨਾਲ ਗਦਾਰੀ ਕੀਤੀ ਆ, ਪੰਜਾਬ ਦੇ ਲੋਕਾਂ ਨਾਲ ਇੱਕ ਧੋਖਾ ਕੀਤਾ। ਔਰ ਕਾਂਗਰਸ ਤੇ ਆਪ ਨੂੰ ਇਹ ਸਪਸ਼ਟ ਕਰਨਾ ਪਏਗਾ ਕਿ ਜਿੱਥੇ ਹਾਂ ਤੇ ਨਾ ਦਾ ਸਵਾਲ ਖੜਾ ਹੋਇਆ ਸੀ, ਜਿੱਥੇ ਪੰਜਾਬ ਦੇ ਲੋਕਾਂ ਨੇ ਇੱਕ ਐਸਾ ਵਾਤਾਵਰਨ ਬਣਾਇਆ ਸੀ ਕਿ ਦੇਸ਼ ਦੇ ਅੰਦਰ ਹਾਂ ਤੇ ਨਾ ਦੀ ਲੜਾਈ ਦੇ ਵਿੱਚ ਪੰਜਾਬੀਆਂ ਦੀ ਇੱਕ ਆਵਾਜ਼ ਹੋਣੀ ਚਾਹੀਦੀ ਆ, ਉੱਥੇ ਭਾਰਤ ਦੀ ਸੰਸਦ ਅੰਦਰ ਕਾਂਗਰਸ ਨੇ ਤੇ ਆਪ ਨੇ ਪਾਸਾ ਵੱਟ ਕੇ ਇਹ ਮੌਕਾ ਗਵਾਇਆ, ਜਿਹਦਾ ਬਹੁਤ ਵੱਡਾ ਨੁਕਸਾਨ ਇਸ ਸੰਘਰਸ਼ ਨੂੰ ਹੋਇਆ। ਇਹਦਾ ਜਵਾਬ ਕਾਂਗਰਸ ਨੂੰ ਦੇਣਾ ਪਏਗਾ। ਤਿੰਨਾਂ ਦੇ ਤਿੰਨ ਕਾਨੂੰਨ ਕਿਸਾਨਾਂ ਨੂੰ ਤਾਕਤ ਦੇਣ ਵਾਸਤੇ, ਕਿਸਾਨਾਂ ਦੇ ਹੱਕ 'ਚ ਨੇ। ਲੇਕਿਨ ਕੁਝ ਲੋਕ ਇਹ 'ਤੇ ਰਾਜਨੀਤੀ ਕਰ ਰਹੇ ਔਰ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ। ਇਹ ਉਹੀ ਲੋਕ ਨੇ ਜਿਨ੍ਹਾਂ ਨੇ 7 ਦਸ਼ਕ ਤੱਕ ਦੇਸ਼ ਦੇ ਕਿਸਾਨ ਨੂੰ ਗੁਲਾਮ ਬਣਾ ਕੇ ਰੱਖਿਆ। ਅੱਜ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਦੇ ਨੇ, ਇਹ 3 ਵਿਧੇਇਕ ਲਿਆ ਕੇ ਗੁਲਾਮੀ ਵਿੱਚੋਂ ਕਿਸਾਨਾਂ ਨੂੰ ਕੱਢਣ ਦਾ ਪ੍ਰਯਾਸ ਕੀਤਾ। ਔਰ ਜਿਹੜਾ ਕੱਲ ਤੱਕ ਕਿਸਾਨ ਯੂਨੀਅਨਸ ਨੂੰ ਜਾਂ ਕਿਸਾਨਾਂ ਨੂੰ ਇਹ ਬਲਗਰਾਇਆ ਜਾ ਰਿਹਾ ਸੀ ਕਿ MSP ਖਤਮ ਹੋ ਜਾਏਗੀ, ਦੇਸ਼ ਦੀ ਸੰਸਦ 'ਚ ਦੇਸ਼ ਦੇ ਕ੍ਰਿਸ਼ੀ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਬਿਆਨ ਜਾਰੀ ਕਰਕੇ ਕਿਹਾ ਕਿ MSP ਰਹੇਗੀ, ਹੈਗੀ ਹੈ ਔਰ ਰਹੇਗੀ, ਮੰਡੀਆਂ ਹੈਗੀਆਂ ਔਰ ਰਹਿਣਗੀਆਂ। ਲੇਕਿਨ ਇਸ ਤੋਂ ਇਲਾਵਾ ਦੇਸ਼ ਦੇ ਅੰਦਰ ਮੰਡੀ ਤੋਂ ਬਾਹਰ ਕਿਸਾਨ ਨੂੰ ਸੁਤੰਤਰਤਾ ਹੋਵੇ, ਉਹਨੂੰ ਗੁਲਾਮੀ ਜੰਜੀਰਾਂ 'ਚ ਨਹੀਂ ਬਣ ਸਕਦੇ ਕਿ ਉਹ ਮੰਡੀ 'ਚ ਹੀ ਆਪਣਾ ਮਾਲ ਵੇਚੇਗਾ। ਕਿਸਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਜਾ ਕੇ ਆਪਣਾ ਮਾਲ ਵੇਚ ਸਕਦਾ, ਆਪਣਾ ਉਤਪਾਦਨ ਵੇਚ ਸਕਦਾ। ਇਹ ਸਹੂਲਤ, ਇਹ ਇੰਪਾਵਰਮੈਂਟ ਪੰਜਾਬ ਦੇ ਦੇਸ਼ ਦੇ ਕਿਸਾਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ 3 ਬਿੱਲਾਂ ਰਾਹੀਂ ਦਿੱਤੀ।
ਅਸਤੀਫੇ ਨੂੰ ਅਸੀਂ ਦੇਖਦੇ ਜਿਹੜੀ ਹਰਸਿਮਰਤ ਆ ਜਿੰਨਾ ਬਾਦਲ ਕਾ ਪਰਿਵਾਰ ਆ ਜਿਹੜਾ ਕਹਿੰਦਾ ਸੀ ਕਿਸਾਨਾਂ ਦਾ ਇਹੀ ਅਸਤੀਫਾ ਜਦੋਂ ਬਿੱਲ ਮੋਦੀ ਸਰਕਾਰ ਨੇ ਜਾਰੀ ਕਰਿਆ ਜੇ ਉਹਦੀ ਅਸਤੀਫਾ ਦਿੱਤਾ ਹੁੰਦਾ ਉਹਦੀ ਆਰਡੀਨੈਂਸਾਂ ਦਾ ਵਿਰੋਧ ਕਰਿਆ ਹੁੰਦਾ ਉਦੋਂ ਤਾਂ ਇਹ ਅਸਤੀਫਾ ਸੀਗਾ। ਹੁਣ ਤਾਂ ਇਹ ਜਿਹੜੀ ਹਰਸਿਮਰਤ ਆ ਕਿਸਾਨਾਂ ਨੂੰ ਆਪਦੇ ਪੱਖ 'ਚ ਕਰਨਾ ਚਾਹੁੰਦੀ ਆ ਖੇਖਣ ਕਰਦੀ ਆ ਇਹ ਖੇਖਣ ਕਰਦੀ ਆ ਰਲ ਮਿਲ ਕੇ ਇਹ ਕਾਂਗਰਸ ਤੇ ਅਕਾਲੀ ਦੋਨੇ ਖੇਖਣ ਕਰਦੇ ਆ। ਕਿਉਂ ਕਰਦੇ ਆ ਜਿਹੜੀਆਂ 2022 ਦੇ ਵਿੱਚ ਵੋਟਾਂ ਆਉਣੀਆਂ ਨੇ ਇਹਨਾਂ ਨੂੰ ਐ ਜਿਹੜੀ ਵੋਟ ਬੈਂਕ ਆ ਅਸੀਂ ਅਸਤੀਫੇ ਦੇ ਕੇ ਖੇਖਣ ਕਰਕੇ ਕਿਸਾਨਾਂ ਨੂੰ ਆਪਦੇ ਪੱਖ 'ਚ ਕਰ ਲਈਏ। ਭਰਾਵੋ ਜੇ ਇਹ ਨਾ ਆਰਡੀਨੈਂਸ ਵਾਪਸ ਹੋਏ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਕਹੂਗੀ ਜਾਂ ਰੇਲਾਂ ਜਾਮ ਕਰਾਂਗੇ ਜਾਂ ਦਿੱਲੀ ਵੱਲ ਕੂਚ। ਜਿਹੜਾ ਪਹਿਲਾਂ ਸੀਗਾ ਜੀ ਪਹਿਲਾਂ ਸਾਡੇ ਬਜ਼ੁਰਗ ਸੀ ਜਿਹੜੇ ਆਪ ਅਸੀਂ ਉਹਨਾਂ ਕੋਲ ਦੇਖ ਕੇ ਕਹਿੰਦੇ ਹੁੰਦੇ ਸੀ ਵੀ ਤਾਂ ਉਹੀ ਤੁਰੇ ਫਿਰਦੇ ਆ। ਪਰ ਜਿਹੜਾ ਅੱਜ ਦੀ ਘੜੀ ਸਾਡਾ ਨੌਜਵਾਨ ਨੂੰ ਪਤਾ ਲੱਗ ਗਿਆ ਵੀ ਸਾਡਾ ਇਹ ਸੰਘਰਸ਼ ਦਾ ਬਣਾ ਕੋਈ ਹੱਲ ਨਹੀਂ ਹੈਗਾ। ਸਾਰੇ ਨੌਜਵਾਨ ਇੰਨੇ ਸਰਗਰਮ ਨੇ ਹੁਣ ਕਿ ਕੁਝ ਵੀ ਕਰਨ ਨੂੰ ਤਿਆਰ ਨਹੀਂ। ਇਹ ਕਹਿੰਦੇ ਅਸੀਂ ਜਿਹੜਾ ਨਾ ਹੱਲ ਹੋਇਆ ਕੋਈ ਨਾ ਇਹ ਆਰਡੀਨੈਂਸ ਵਾਪਸ ਲਿੱਤੇ ਗਏ ਤਾਂ ਅਸੀਂ ਸੜਕਾਂ ਜਾਮ ਕਰਾਂਗੇ ਰੇਲਾਂ ਵੀ ਜਾਮ ਕਰਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਉੱਥੇ ਤੱਕ ਜਾਵਾਂਗੇ। जानते हैं जी आजकल कोरोना बढ़ रहा है। आज हर घर तक कोरोना फैल रहा है। तो आज सबसे ज़्यादा ज़रूरी ये है कि हम जब तक कोरोना की कोई मेडिसिन नहीं आती है तो सबसे ज़्यादा ज़रूरी ये है कि हम अपने आप को सुरक्षित रखें। किसी ना किसी तरीके से हमको अपने आप को कोरोना से बचाए रखना है। तो आज पहले लॉकडाउन था पर आज जब सारे लॉकडाउन खुल गए हैं और हमको अपने काम पर हर बहुत रोज़ की ज़रूरतों के लिए घर से बाहर निकलना पड़ता है तो हर समय यही डर रहता है कि हम बाहर जाएंगे कहीं हमारे को हम कोरोना का ख़तरे से हम इफ़ेक्ट ना हो जाएं। तो आज हमारे घर वाले हैं जो इतने हमारे बच्चे हैं बड़े बुज़ुर्ग हैं कितने दिनों से घर से बाहर नहीं निकले। तो इट इज़ बहुत इम्पॉर्टेंट ज़रूरी है कि हम लोग एक हमारे पास कुछ ऐसी चीज़ आए जिससे हम सेफ़ महसूस कर सकें। तो हमने इसी को नज़र में रखते हुए काफ़ी सोचते हुए हमने कुछ कीप यू सेफ टेक्नोलॉजी लॉन्च करी है। ये कीप यू सेफ टेक्नोलॉजी ऐसे है जी जो भी इसकी सरफेस के ऊपर जो वायरस आता है तो वो 1 मिनट से पहले वो वायरस डीएक्टिवेट हो जाता है जिससे आपस में क्रॉस कंटेमिनेशन के चांसेस बिल्कुल कम हो जाते हैं। जैसे कि आज डॉक्टर्स हैं वो आज अपने पेशेंट्स के साथ इंटरेक्ट करते हैं तो चाहे उन्होंने पीपी किट भी डाली हो तो बहुत बड़ा खतरा है कि उनके कपड़ों के ऊपर वो वायरस आ जाता है। तो उन पीपी किट को उतारते वक्त बहुत चांसेस हैं कि वो वायरस से वो खुद इन्फेक्ट हो जाएं। तो हमारा जो प्रोडक्ट है जो हमने एक डॉक्टर कोट उनके लिए निकाला है उस पर जो वायरस है वो 1 मिनट से पहले वो डीएक्टिवेट हो जाता है तो उनको भी सेफ रखता है और अगर वो अगले जो पेशेंट को मिलेंगे तो उन पेशेंट की भी सेफ्टी। आगम पर्व से जो मेला मनाया जाता है वो शुरुआत हुई है की कहना चाहिए। शेख फरीद जी का जो आगमन पूर्व है हर साल की तरह मनाया जाता है और इस साल की तरह भी ट्रस्ट वालों बड़ी लिमिटेड गैदरिंग की गई है और इस दे विच जो पंजाब सरकार वालों जो गाइडलाइन जारी की गई है कोई कोविड ना की पेंडेमिक एक फैली हुई है
ਉਸ ਮਹਾਮਾਰੀ ਦੇ ਸੰਬੰਧ ਦੇ ਵਿੱਚ ਸਰਕਾਰ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖੋ, 6 ਫੁੱਟ ਦੀ ਦੂਰੀ ਹੋਵੇ, ਫੇਸ ਮਾਸਕ ਪਾਏ ਹੋਣ ਔਰ ਵਾਰ-ਵਾਰ ਹੱਥ ਧੋਤੇ ਜਾਣ। ਔਰ ਉਸ ਦੇ ਸੰਬੰਧ ਦੇ ਵਿੱਚ ਇਸ ਟਰਸਟ ਵੱਲੋਂ ਜੋ ਸਾਰੀਆਂ ਗਾਈਡਲਾਈਨਸ ਪੂਰੀਆਂ ਕੀਤੀਆਂ ਗਈਆਂ ਔਰ ਅਸੀਂ ਇਹਨਾਂ ਨੂੰ ਕਿਹਾ ਵੀ ਹੈ, ਸਲਾਹ ਵੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਹੁਤ ਜ਼ਿਆਦਾ ਇਕੱਠ ਨਾ ਕੀਤਾ ਜਾਵੇ। ਔਰ ਜੋ ਵੀ ਹੈ ਇਸ ਆਗਮਨ ਪੂਰਬ ਦੇ ਸ਼ੁਰੂਆਤ ਚਲੋ ਕਰ ਦਿੱਤੀ ਹੈ ਔਰ ਅੱਛੀ ਗੱਲ ਵੀ ਹੈ। ਔਰ ਮੈਂ ਸਾਰੇ ਅੱਗੇ ਦੁਆ ਕਰਦਾ, ਅਰਦਾਸ ਕਰਦਾ ਕਿ ਬਾਬਾ ਫਰੀਦ ਜੀ ਦੀ ਸ਼ਾਇਦ ਆਗਮਨ ਪੂਰਬ ਦੀ ਸ਼ੁਰੂਆਤ ਕਰਨ ਦੇ ਨਾਲ ਹੋ ਸਕਦਾ ਹੈ ਕਿ ਜਿਹੜੀ ਸਾਡੀ ਇਸ ਧਰਤੀ ਹੈ, ਇਸ ਧਰਤੀ ਨੂੰ ਕੋਵਿਡ ਨਾਂ ਦੀ ਮਹਾਮਾਰੀ ਤੋਂ ਮੁਕਤੀ ਮਿਲ ਸਕੇ। ਐਸਐਸਪੀ ਸਾਹਿਬ ਗੁਰਦਾਸਪੁਰ ਵੱਲੋਂ ਲਗਾਤਾਰ ਹੀ ਮਾੜੇ ਅਨਸਰਾਂ ਦੇ ਉੱਪਰ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ, ਜਿਸ ਦੇ ਤਹਿਤ ਹੀ ਕੱਲ੍ਹ ਮੁਖਬਰ ਖਾਸ ਦੀ ਦੱਸੀ ਹੋਈ ਇਤਲਾਹ ਦੇ ਉੱਪਰ ਬੱਬਰੀ ਪੁਲ 'ਤੇ ਨਾਕਾ ਲਾਇਆ ਗਿਆ ਸੀ, ਜਿਸ ਦੇ ਤਹਿਤ ਇੱਕ ਸ਼ੱਕੀ ਬੁਲਟ ਮੋਟਰਸਾਈਕਲ ਨੂੰ ਰੋਕ ਕੇ ਕੋਸ਼ਿਸ਼ ਕੀਤੀ ਗਈ, ਜਿਸ ਦੇ ਉੱਪਰ ਇੱਕ ਵਿਅਕਤੀ ਭੱਜਣ ਦੀ ਕੋਸ਼ਿਸ਼ ਕੀਤੀ, ਉਹਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ, ਜਿਸ ਦਾ ਨਾਮ ਰਮਜ਼ਾਨ ਮਸੀਹ ਇਲੀਅਸ ਚੀਨੀ ਸਨ ਆਫ ਨਾਜ਼ਰ ਮਸੀਹ ਵਾਸੀ ਬਰਿਆਰ ਦੱਸਿਆ, ਜਿਸ ਦੀ ਤਲਾਸ਼ੀ ਲੈਣ ਦੇ ਉੱਪਰ ਉਹਦੇ ਕੋਲ ਇੱਕ 32 ਬੋਰ ਪਿਸਟਲ, ਇੱਕ ਖਾਲੀ ਮੈਗਜ਼ੀਨ, 5 ਰੌਂਦ ਤੇ 2 ਮੋਬਾਈਲ ਕਾਬੂ ਕੀਤੇ ਗਏ। ਇਹ ਅੱਗੇ ਵੀ ਪੇਸ਼ਾਵਰ ਮੁਜਰਮ ਸੀਗਾ, ਇਹਦੇ ਉੱਪਰ ਅੱਗੇ ਵੀ 4-5 ਮੁਕੱਦਮੇ ਦਰਜ ਨੇ। ਥਾਣਾ ਦੀਨਾਨਗਰ ਵਿਖੇ ਇੱਕ ਮੁਕੱਦਮਾ ਜਿਹਦੇ ਵਿੱਚ 20 ਸਾਲ ਸਜ਼ਾ ਹੋਇਆ, ਥਾਣਾ ਸਿਟੀ ਦੇ ਵਿੱਚ ਵੀ ਇੱਕ ਮੁਕੱਦਮਾ ਜਿਹਦੇ ਵਿੱਚ ਇਹ ਪੀਓ ਹੈ, ਤੇ ਹੋਰ ਵੀ ਲਗਾਤਾਰ ਆਪਣੇ ਵਾਰਦਾਤਾਂ ਕਰਨ ਦਾ ਇਹ ਆਦੀ ਸੀਗਾ, ਜਿਸ ਨੂੰ ਹੁਣ ਅੱਜ ਗ੍ਰਿਫਤਾਰ ਕਰਕੇ 2559 ਆਰਮਸ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ, ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਲਿਆ ਗਿਆ। ਖਬਰਾਂ ਦੀ ਦੁਨੀਆ ਵਿੱਚ ਆਓ, ਕਦੇ ਵੀ ਕਿਤੋਂ ਵੀ ਸਾਡੇ ਨਾਲ ਜੁੜੋ। ਅਸੀਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।